प्यो मिल जे कलगीधर वर्गा ओ जिन्नू साहिब कौर जी मां मिल जे ओने होर की लेना दुनिया तो जिन्नू आनंदपुर वर्गी थां मिल जे। भी हे गुरु महाराज जी सानू धर्म युद्ध करन दा बल ते बुद्ध बख्श ਤਾਂ ਜੋ ਅਸੀਂ ਸਰਬੱਤ ਦਾ ਭਲਾ ਕਰ ਸਕੀਏ। ਅੱਜ ਕੋਈ ਉਹ ਅੰਮ੍ਰਿਤ ਦੀ ਬੇਅਦਬੀ ਕਰਨ ਦਿਆ ਆ, ਬਾਣੇ ਦੀ ਬੇਅਦਬੀ ਕਰਦਾ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ, ਇੱਥੇ ਤੱਕ ਕਿ ਗੁਰੂ ਘਰਾਂ ਦੀ ਵੀ ਬੇਅਦਬੀ ਕਰਦੇ ਆ। ਮੇਰੀ ਛੋਟੀ ਉਮਰ ਸੀ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ। ਗੰਨੇ ਗੰਨੇ ਦੀ ਰਾਹ 'ਚ ਫਰਕ ਹੁੰਦਾ, ਬੰਦੇ ਬੰਦੇ ਦੇ ਖੂਨ 'ਚ ਫਰਕ ਹੁੰਦਾ। ਇੱਥੇ ਸਿਰ ਭੇਟ ਕਰਦੇ ਆ, ਹੇ ਅਕਾਲ ਪੁਰਖ ਵਾਹਿਗੁਰੂ ਮੇਰਾ ਸੀਸ ਲੈ ਲਾ। 1984 ਦਾ ਬਦਲਾ ਤੇ ਇਨਸਾਫ ਪ੍ਰਗਟ ਕਰਦੇ ਸੂਰਜ ਵਾਂਗ। ਰੱਬ ਤੋਂ ਬਿਨਾ ਕੋਈ ਵੀ ਦੁਨੀਆ ਦੀ ਅਦਾਲਤ ਇਨਸਾਫ ਨਹੀਂ ਪ੍ਰਗਟ ਕਰ ਸਕਦੀ। ਸ਼ਾਂਤ ਮਾਹੌਲ ਦੇ ਲਈ ਗਿਆਨ ਜ਼ਰੂਰੀ ਆ, ਗਿਆਨ ਦੇ ਨਾਲ ਗੁਰੂ ਦੀ ਕਿਰਪਾ ਜ਼ਰੂਰੀ ਆ। ਗੁਰੂ ਦੀ ਕਿਰਪਾ ਉਹਦੇ ਤੇ ਹੁੰਦੀ ਆ ਜਿਹਦੀ ਆਤਮਾ ਸ਼ੁੱਧ ਹੁੰਦੀ ਆ। ਕੱਪੜੇ ਮੈਲੇ ਨਾ ਦੇਖੋ ਆਹ। ਸੋ ਇਸ ਵੇਲੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਹੋਲੇ ਮਹੱਲੇ ਦੇ ਸੰਬੰਧ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਹੁਮਾ ਕੇ ਹੋਲੇ ਮਹੱਲੇ ਦੇ ਸੰਬੰਧ ਵਿੱਚ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ। ਸੋ ਕੇਸਰੀ ਨਿਸ਼ਾਨ ਸਾਹਿਬ ਝੰਡਿਆਂ ਦੇ ਨਾਲ, ਕੇਸਰੀ ਪੱਗਾਂ ਦੇ ਨਾਲ, ਸਜਾਵਟ ਦੇ ਨਾਲ ਕੇਸਰੀ ਰੰਗ ਵਿੱਚ ਰੰਗਿਆ ਗਿਆ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ। ਤਾਂ ਸੰਗਤਾਂ ਹੁਮਾ ਕੇ ਪਹੁੰਚ ਰਹੀਆਂ ਨੇ। ਹੋਲੇ ਮਹੱਲੇ ਦੇ ਸੰਬੰਧ ਵਿੱਚ ਵੱਖ-ਵੱਖ ਆਕਾਰਾਂ ਦੇ ਵਿੱਚ ਆਪਣੀਆਂ ਗੱਡੀਆਂ ਨੂੰ ਸਜਾਵਟ ਦਿੱਤੀ ਗਈ ਹੈ ਸੰਗਤਾਂ ਵੱਲੋਂ। ਤਾਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਸ੍ਰੀ ਕੇਸਗੜ੍ਹ ਸਾਹਿਬ ਦੀਆਂ ਇਹ ਤਸਵੀਰਾਂ ਨੇ ਜਿੱਥੇ ਹੋਲੇ ਮਹੱਲੇ ਦੇ ਸੰਬੰਧ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ। ਥੋੜ੍ਹਾ ਜਿਹਾ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੇ ਸੰਸਾਰ ਨੂੰ ਬਹੁਤ ਕੁਝ ਦਿੱਤਾ। ਅਨੰਦਪੁਰ ਸਾਹਿਬ ਦੀ ਧਰਤੀ ਤੇ ਬਹੁਤ ਵੱਡੇ ਰਾਜਨੀਤਿਕ ਫੈਸਲੇ ਹੋਏ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੇ ਗਰੀਬ ਮਜਲੂਮਾਂ ਦੀ ਬਾਹ ਫੜੀ। ਅਨੰਦਪੁਰ ਸਾਹਿਬ ਦੀ ਧਰਤੀ ਨੇ ਸਾਨੂੰ ਆਜ਼ਾਦੀ ਨਾਲ ਜਿਉਣ ਦੀ ਜਾਂਚ ਦੱਸੀ। ਜਿਹੜੀ ਮਰਿਆਦਾ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਆਰੰਭ ਹੋਈ ਉਹ ਦਸਮ ਪਾਤਸ਼ਾਹ ਨੇ ਸ਼੍ਰੀ ਅਨੰਦਪੁਰ ਸਾਹਿਬ ਸੰਪੂਰਨ ਕਰ ਦਿੱਤੀ। ਇਸ ਸਥਾਨ ਨੂੰ ਪਹਿਲਾਂ ਮੱਖੂਵਾਲ ਕਹਿੰਦੇ ਸਨ। ਇੱਥੇ ਇੱਕ ਮੱਖੂਵਾਲ ਨਾਮ ਦਾ ਇੱਕ ਮੱਖੂ ਨਾਮ ਦਾ ਦੈਤ ਜੋ ਇੱਥੇ ਕਿਸੇ ਨੂੰ ਵਸਣ ਨਹੀਂ ਸੀ ਦਿੰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਚਰਨ ਪਾਏ ਤਾਂ ਇਹ ਸਥਾਨ ਧਰਮ ਦਾ ਗੜ੍ਹ ਭਾਵ ਸ਼੍ਰੀ ਅਨੰਦਪੁਰ ਸਾਹਿਬ ਬਣ ਗਿਆ। ਗੁਰੂ ਜੀ ਨੇ ਸੰਗਤਾਂ ਨਾਲ ਆਨੰਦ ਸਾਹਿਬ ਦੀਆਂ 5 ਪੌੜੀਆਂ ਦਾ ਪਾਠ ਕੀਤਾ। ਤੇਗ ਬਹਾਦਰ ਜੀ ਨੇ ਫਰਮਾਇਆ ਅੱਜ ਤੋਂ ਇਸ ਸਥਾਨ ਦਾ ਨਾਮ ਸ਼੍ਰੀ ਅਨੰਦਪੁਰ ਸਾਹਿਬ ਹੋਇਆ। ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਖਾਲਸਾਈ ਜਾਲੋ ਜਲਾਲ ਨਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਹੋਲੇ ਤੋਂ ਹੋਲਾ ਮਹੱਲਾ ਮਨਾਉਣ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਗੁਰੂ ਜੀ ਨੇ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਆਮ ਲੋਕਾਂ ਦੀ ਮਾਨਸਿਕਤਾ ਤਾਕਤ ਨੂੰ ਬਲਵਾਨ ਕਰਨ ਦੇ ਮਨੋਰਥ ਦੇ ਨਾਲ ਹੋਲੇ ਨੂੰ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ। ਤਤਕਾਲੀ ਸਮਾਂ ਜੰਗ ਯੁੱਧਾਂ ਦਾ ਹੋਣ ਕਰਕੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਅੰਦਰ ਨਿਰੋਏ ਅਤੇ ਸਿਹਤਮੰਦ ਸਰੀਰ ਦੀ ਲਾਲਸਾ ਪੈਦਾ ਕਰਨ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾਈ ਖੇਡਾਂ ਦੀ ਸ਼ੁਰੂਆਤ ਕੀਤੀ। ਹੋਲੇ ਦਾ ਸ਼ਬਦੀ ਅਰਥ ਹੱਲਾ ਬੋਲਣਾ ਹੈ। ਮਹੱਲੇ ਦਾ ਸ਼ਬਦੀ ਅਰਥ ਜਿਸ ਮੈਦਾਨ ਨੂੰ ਫਤਿਹ ਕੀਤਾ ਗਿਆ ਹੋਵੇ। ਭਾਈ ਕਾਨ ਸਿੰਘ ਨਾਭਾ ਲਿਖਦੇ ਹਨ ਕਿ ਮਹੱਲਾ ਇੱਕ ਪ੍ਰਕਾਰ ਦੀ ਲੜਾਈ ਹੈ। ਇਹ ਪੈਦਲ, ਘੋੜਸਵਾਰ ਅਤੇ ਸ਼ਸਤਰਧਾਰੀ ਸਿੱਖ ਦੋਵੇਂ ਪਾਸਿਓਂ ਤੋਂ ਹਮਲੇ ਵਾਲੀ ਥਾਂ ਤੇ ਹਮਲਾ ਕਰਦਿਆਂ ਹਨ। ਗੁਰੂ ਸਾਹਿਬ ਦੋਵਾਂ ਦਲਾਂ ਨੂੰ ਸ਼ਸਤਰ ਵਿੱਦਿਆ ਵੀ ਦਿੰਦੇ ਸਨ। ਗੁਰੂ ਜੀ ਆਪ ਤਖਤ ਤੇ ਬੈਠ ਕੇ ਇਸ ਬਨੋਟੀ ਲੜਾਈ ਨੂੰ ਦੇਖਿਆ ਕਰਦੇ ਸੀ। ਦੋਵਾਂ ਦਲਾਂ ਵਿੱਚੋਂ ਜਿਹੜਾ ਦਲ ਜਿੱਤ ਜਾਂਦਾ ਗੁਰੂ ਸਾਹਿਬ ਉਹਨਾਂ ਦਾ ਸਨਮਾਨ ਵੀ ਕਰਦੇ ਸੀ। ਇਸੇ ਤਰ੍ਹਾਂ ਹੋਲੇ ਮਹੱਲੇ ਦਾ ਸੰਬੰਧ ਸ਼ਸਤਰ ਵਿੱਦਿਆ ਦੇ ਅਭਿਆਸ ਨਾਲ ਵੀ ਹੈ। ਹੋਲੀ ਅਤੇ ਹੋਲੇ ਮਹੱਲੇ ਵਿੱਚ ਦੂਰ ਤੱਕ ਕੋਈ ਵੀ ਸੰਬੰਧ ਨਹੀਂ ਹੈ। ਹੋਲੀ ਜਿੱਥੇ ਵੱਖ-ਵੱਖ ਪ੍ਰਕਾਰ ਨਾਲ ਵੱਖ-ਵੱਖ ਰੰਗਾਂ ਨਾਲ ਖੇਡੀ ਜਾਂਦੀ ਹੈ ਉੱਥੇ ਹੀ ਹੋਲਾ ਮਹੱਲਾ ਸ਼ਸਤਰ ਵਿੱਦਿਆ, ਘੋੜਸਵਾਰੀ, ਗੱਤਕੇ ਦੇ ਜੋਹਰ ਵਿਖਾ ਕੇ ਮਨਾਇਆ ਜਾਂਦਾ ਹੈ। ਤਾਂ ਇਸੇ ਪ੍ਰਕਾਰ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਹਰ ਸਾਲ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਤਾਂ ਇਹ ਅੱਜ ਦੀ ਤਸਵੀਰ ਹੈ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਤਸਵੀਰ ਹੈ ਜਿੱਥੇ ਹੁਮਾ ਕੇ ਜਾਲੋ ਜਲਾਲ ਦੇ ਨਾਲ ਸੰਗਤਾਂ ਜਿਹੜੀਆਂ ਹੁਮਾ ਕੇ ਇੱਥੇ ਪਹੁੰਚ ਰਹੀਆਂ ਨੇ। ਤਾਂ ਭਾਈ ਸਾਹਿਬ ਸਾਡੇ ਨਾਲ ਨੇ, ਕਿਸ ਤਰ੍ਹਾਂ ਅੱਜ ਸੁਨੇਹਾ ਦੇ ਰਹੇ ਹੋ ਤੁਸੀਂ ਅੱਜ ਜਾਲੋ ਜਲਾਲ ਦੇ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਹੋਲੇ ਮਹੱਲੇ ਦੇ ਸੰਬੰਧ ਵਿੱਚ?
ਤਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਦੀ ਫਤਿਹ ਗਾਉਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਸੱਚਖੰਡ ਜੋ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋ ਰਹੀਆਂ ਨੇ ਔਰ ਦਰਸ਼ਨ ਇਸ਼ਨਾਨ ਕਰ ਰਹੀਆਂ ਨੇ ਤੇ ਦੇਸ਼ ਔਰ ਵਿਦੇਸ਼ ਤੋਂ ਨਤਮਸਤਕ ਹੁੰਦੀਆਂ ਨੇ। ਜੋ ਨਿਹੰਗ ਸਿੰਘਾਂ ਦੇ ਜੋ ਮੁਹੱਲੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਜੋ ਸ਼ਹੀਦੀ ਬਾਗ ਤੋਂ ਜੋ ਨਗਰ ਕੀਰਤਨ ਦੇ ਰੂਪ ਵਿੱਚ ਮਹੱਲਾ ਕੱਢਿਆ ਜਾਂਦਾ ਹੈ। ਕਾਫੀ ਸੰਗਤ ਦਾ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ। ਦਾਸ ਨੇ ਅੰਮ੍ਰਿਤ ਵੇਲੇ ਇੱਥੇ ਹਾਜ਼ਰੀ ਭਰੀ, ਕਾਫੀ ਸੰਗਤ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ। ਤੇ ਕੱਲ ਜੋ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲੇਗਾ, ਲੋਕੀ ਜੋ ਜਲੋਤ ਜਲਾਲ ਜੋ ਦੇਖਣ ਨੂੰ ਮਿਲਣਗੇ। ਖਾਲਸੇ ਦੇ ਜੋ ਕਰਤਵ ਹੋਲਾ ਮਹੱਲੇ ਦਾ ਜੋ ਸ਼ੁਰੂਆਤ ਇੱਕ ਮਹੱਲਾ ਦਾ ਮਤਲਬ ਇਹ ਕਹਿਣ ਦਾ ਕਿ ਇੱਕ ਹੋਲੀ ਇੱਕ ਆਮ ਹੋਲੀ ਕਿਹਾ ਜਾਂਦਾ ਹੈ। ਖਾਲਸੇ ਦਾ ਹਾਲ ਔਰਨ ਕੀ ਹੋਲੀ ਮਮ ਹੋਲਾ ਕਰੋ ਕਿਰਪਾ ਨਿਧ ਬਚਨੇ ਅਮੋਲਾ। ਉਹ ਮਿਲ ਜੇ ਕਲਗੀਧਰ ਵਰਗਾ, ਉਹ ਜਿਹਨੂੰ ਸਾਹਿਬ ਕੌਰ ਜੀ ਮਾਂ ਮਿਲ ਜੇ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਦੇ। ਸੋ ਉਹਨਾਂ ਦੇ ਸਮਰਪਿਤ ਇੱਕ ਕਵਿਤਾ ਸ਼ੋਰਟ 'ਚ ਸੁਣਾਵਾਂਗਾ, ਗੁਰੂ ਸਾਹਿਬ ਦੀ ਸਿਫਤ ਕਰਾਂਗਾ, ਜ਼ਰੂਰ ਸੁਣਨਾ ਜੀ। ਪਿਓ ਮਿਲ ਜੇ ਕਲਗੀ ਉਹ ਜਿਹਨੂੰ ਸਾਹਿਬ ਕੌਰ ਜੀ ਮਾਂ ਮਿਲ ਜੇ, ਓਏ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ, ਜਿਹਨੂੰ ਗੋਦ ਪਵਿੱਤਰ ਮਿਲ ਜਾਵੇ ਮਾਂ ਸਾਹਿਬ ਕੌਰ ਮਹਾਰਾਣੀ ਦੀ, ਜਿਹਨੂੰ ਜੂਨ ਪਵਿੱਤਰ ਹੰਸਾਂ ਦੀ, ਤੇ ਚੌਕ ਮਿਲੇ ਗੁਰਬਾਣੀ ਦੀ, ਨਾਲੇ ਤੂਣ ਮਿਲੇ ਉਹਦੇ ਚਰਨਾਂ ਦੀ, ਤੇ ਚਰਨਾਂ ਮਿਲ ਜੇ ਪਿਓ ਮਿਲ ਜੇ ਕਲਗੀਧਰ ਵਰਗਾ, ਉਹ ਜਿਹਨੂੰ ਸਾਹਿਬ ਕੌਰ ਜੀ ਮਾਂ ਮਿਲ ਜੇ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ। ਸੋ ਇਸ ਤਰ੍ਹਾਂ ਮਤਲਬ ਪਿਓ ਮਿਲ ਜੇ ਕਲਗੀਧਰ ਵਰਗਾ, ਉਹ ਜਿਹਨੂੰ ਸਾਹਿਬ ਕੌਰ ਜੀ ਮਾਂ ਮਿਲ ਜੇ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲੇ। ਬੰਦੀ ਸਿੰਘ ਵੀ SGPC ਵੱਲੋਂ ਉਪਰਾਲਾ ਕੀਤਾ ਜਾ ਰਿਹਾ। ਬੰਦੀ ਸਿੰਘਾਂ ਬਾਰੇ ਬਹੁਤ ਵਧੀਆ ਮਲਟੀਮੀਡੀਆ ਮਿਊਜ਼ੀਅਮ ਦੇਖਣ ਨੂੰ ਮਿਲਿਆ, ਇੱਕ ਡਾਕੂਮੈਂਟਰੀ ਦੇਖਣ ਨੂੰ ਮਿਲੀ, ਜਿਹਦੇ ਵਿੱਚ ਜਿਹੜੇ ਸਾਡੇ ਬੰਦੀ ਸਿੰਘ ਨੇ ਜੇਲ੍ਹ ਤੋਂ ਨੇ ਉਹਨਾਂ ਦਾ ਕਾਫੀ ਪ੍ਰਚਾਰ ਚੱਲ ਰਿਹਾ ਹੈ। ਸੋ ਸੰਗਤਾਂ ਨੂੰ ਅਪੀਲ ਹੈ ਕਿ ਹਮਾ ਕੇ ਸ਼ਮੂਲੀਅਤ ਕਰੋ, ਜੋ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪ੍ਰਚਾਰ ਕਰੋ। ਜੋ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਸੰਗਤਾਂ ਨੂੰ ਜਾਣਾ ਚਾਹੀਦਾ ਹੈ। ਮੋਹਾਲੀ ਦੇ ਵਿੱਚ ਕਾਫੀ ਤਗੜਾ ਮੋਰਚਾ ਲੱਗਾ ਹੈ, ਜਿਸ ਤਰ੍ਹਾਂ ਦਿੱਲੀ ਮੋਰਚਾ ਲੱਗਾ ਸੀ। ਸੋ ਬੰਦੀ ਸਿੰਘਾਂ ਬਾਰੇ SGPC ਵੱਲੋਂ ਮੁਹਿੰਮ ਸੈਨ ਦਸਤਕ ਸੈਨ ਚੱਲ ਰਹੇ ਨੇ, ਵੱਖ-ਵੱਖ ਤਖਤਾਂ 'ਤੇ ਵੀ ਸੈਨ ਹੋ ਰਹੇ ਨੇ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਵੱਖ-ਵੱਖ ਸਮਾਗਮਾਂ 'ਚ ਵੀ ਹੋ ਰਹੇ ਨੇ। ਸੋ ਬੰਦੀ ਸਿੰਘਾਂ ਨੂੰ ਛੇਤੀ ਰਿਹਾ ਕਰਨਾ ਚਾਹੀਦਾ ਹੈ। ਤੇ ਸੰਗਤਾਂ ਨੂੰ ਇਹ ਅਪੀਲ ਹੈ ਕਿ 'ਚ ਜਾਓ, ਉੱਥੇ ਸ਼ਮੂਲੀਅਤ ਕਰੋ, ਰੌਣਕਾਂ ਵਧਾਓ, ਅਮਰ ਸ਼ਕੋਰ ਸਿੰਘ ਸਜੋ ਗੁਰੂ ਵਾਲੇ ਬਣੋ, ਬਾਣੀ ਧਾਰਨ ਇਸੇ ਵਿੱਚ ਭਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਲੇ ਮਹੱਲੇ ਤੇ ਇਸ ਭਾਵਨਾ ਨਾਲ ਪਹੁੰਚਿਆ ਵੀ ਹੇ ਗੁਰੂ ਮਹਾਰਾਜ ਜੀ, ਸਾਨੂੰ ਧਰਮ ਯੁੱਧ ਕਰਨ ਦਾ ਬਲ ਤੇ ਬੁੱਧ ਬਖਸ਼, ਤਾਂ ਜੋ ਅਸੀਂ ਸਰਬੱਤ ਦਾ ਭਲਾ ਕਰ ਸਕੀਏ। ਕਿਉਂਕਿ ਜੇ ਅਮਨ ਚਾਹੁੰਦਾ ਤਾਂ ਜੰਗ ਕਰ, ਨਹੀਂ ਤਾਂ ਕਰ ਬਰਾਗ। ਕਿਉਂ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਕਿਹਾ ਸੀਗਾ, ਕਿਸਾਨ ਹੋਵੇ ਉਦਮ ਕਰੇ ਹਲ ਜੋਤੇ ਮੇਰੇ ਪੁੱਤ ਧੀ ਸਾਹਿਬ। ਆਪਾਂ ਕਿਸਾਨੀ ਕੀਤਾ ਚੁਣਿਆ 1984 ਤੋਂ ਬਈ ਖੁਦ ਮੁਖਤਿਆਰੀ ਨਾਲ। ਫਿਰ ਨਾਲ ਹੀ ਸੀਗਾ ਵੀ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੂ ਅਵਤਾਰ। ਫਿਰ ਉਹੀ 10ਵੇਂ ਜਾਮੇ ਦੇ ਵਿੱਚ ਆਣ ਕੇ ਅੰਮ੍ਰਿਤ ਛਕਾਇਆ। ਪਹਿਲਾਂ 9 ਜਾਮੇ ਜਿਹੜੇ ਆ ਉਹ ਇਸ ਘਾਲਣਾ ਦੇ ਵਿੱਚ ਲਾ ਦਿੱਤੇ। 10ਵੇਂ ਜਾਮੇ ਦੇ ਵਿੱਚ ਜਿਹੜੇ ਰਿਸ਼ੀ ਮੁਨੀ ਪੀਰ ਪੈਗੰਬਰ ਸਾਰੇ ਅੰਮ੍ਰਿਤ ਨੂੰ ਖੋਜਦੇ ਸੀਗੇ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਪੈਦਾ ਕਰਕੇ ਪ੍ਰਗਟ ਕਰਕੇ ਉਹ ਸੰਗਤ ਦੇ ਵਿੱਚ ਵਰਤਾ ਕੇ ਤੇ ਸੰਗਤ ਨੂੰ ਉਸ ਪਰਮਾਤਮਾ ਦੇ ਨਾਲ ਜੋੜਨ ਦਾ ਇੱਕ ਗਿਆਨ ਬਖਸ਼ਿਆ, ਇੱਕ ਤਾਕਤ ਬਖਸ਼ੀ ਆ। ਇਹ ਮਤ ਜਾਵੇ ਉਹ ਮਤ ਆਵੇ। ਫਿਰ ਉਹ ਅਕਾਲ ਪੁਰਖ ਦੀ ਸਿੱਖਿਆ ਆਉਂਦੀ ਆ, ਫਿਰ ਉਹਦਾ ਸਿਪਾਹੀ ਬਣ ਜਾਂਦਾ। ਉਹ ਫਿਰ ਮਨੁੱਖ ਤੋਂ ਮਨੁੱਖ, ਕੌਮਾਂ ਤੋਂ ਕੌਮਾਂ, ਦੇਸ਼ ਤੋਂ ਦੇਸ਼ ਦੀ ਜ਼ਬਰ ਦੇ ਜ਼ੁਲਮ ਦੇ ਵਿਰੁੱਧ ਉਹਨੂੰ ਲੜਨ ਦੇ ਲਈ ਪ੍ਰੇਰਨਾ ਹੁੰਦੀ ਆ। ਬਹੁਤੇ ਹੋਵੇ ਡਰੀਏ ਨਾ, ਕੱਲਾ ਹੋਵੇ ਹਰੀਏ ਨਾ, ਮਨ ਜੀਤੇ ਜਗ ਜੀਤ। ਗੁਰੂ ਨਾਨਕ ਸਾਹਿਬ ਜੀ ਦਾ ਇਹ ਅਕਾਲ ਪੁਰਖ ਵਾਹਿਗੁਰੂ ਸਰੀਰ ਕੱਲਾ ਸੀ
ਉਹ ਜ਼ਬਰ ਜ਼ੁਲਮ ਤੋਂ ਜਿਉਂ ਜੰਗ ਚਾਲੂ ਕੀਤੀ ਆ, ਫਿਰ ਉਹਨਾਂ ਨੂੰ ਭਾਈ ਲਹਿਣਾ ਜੀ ਮਿਲੇ ਆ ਸੇਵਾ ਦੇ ਵਿੱਚ। ਭਾਈ ਲਹਿਣਾ ਜੀ ਨੂੰ ਮੁੜ ਕੇ ਭਾਈ ਅਮਰਦਾਸ ਜੀ ਮਿਲੇ ਆ, ਫਿਰ ਉਹ ਗੁਰੂ ਬਣੇ ਆ। ਸੇਵਾ ਦੇ ਵਿੱਚ ਆ ਇੱਥੇ ਸਭ ਕੋ, ਨਾ ਤੇ ਜਹੇਦਾਰੀਆਂ ਦੇ ਵਿੱਚ ਆ, ਨਾ ਇੱਥੇ ਗੁਰਦੁਆਰਿਆਂ ਦੀਆਂ ਪ੍ਰਧਾਨਗੀਰੀਆਂ ਦੇ ਵਿੱਚ ਆ। ਉਹਦੇ ਵਿੱਚ ਸਿੱਖਿਆ ਜਿਹੜੀ ਚੰਗੀ ਚਾਹੀਦੀ ਆ। ਹੁਣ ਇਹ ਸੰਗਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਆ। ਪਹਿਲਾਂ ਤਾਂ ਮੇਰਾ ਸੀਗਾ ਵੀ ਰਹਿਣ ਦਈਏ, ਇਹਦੇ ਵਿੱਚ ਫਿਰ ਮੈਂ ਕਿਹਾ ਨਹੀਂ ਯਾਰ, ਪਰਮਾਤਮਾ ਦਾ ਸਾਰੇ ਤਰ੍ਹਾਂ ਦਾ ਰੂਪ ਆ। ਹੁਣ ਮੈਂ ਆਇਆ, 50 ਰੁਪਏ ਸੀਗੇ ਮੇਰੀ ਜੇਬ 'ਚ, ਮੈਂ ਉੱਦਾਂ ਸਕੂਟਰ ਚੱਕ ਕੇ ਤੁਰ ਪਿਆ ਸੀਗਾ ਵੀ ਚਲੋ ਮੋਟਰਸਾਈਕਲ ਤੇ ਵੀ ਕੀ ਆ ਜਾਂ ਨੋਵਾ 'ਚ ਕੀ ਜਾਣਾ ਆ। ਫਿਰ ਮੈਂ 13,000 ਰੁਪਈਆ ਲਿਆ। 13,000 ਰੁਪਈਏ 'ਚੋਂ ਲੈਂਦੇ ਨੇ ਆਉਂਦੇ ਹੋਏ 500 ਦਾ ਗੁੜ ਲਿਆ। ਹੁਣ ਮੈਂ ਇਸ਼ਨਾਨ ਕਰੂੰਗਾ, ਫਿਰ ਕੱਪੜੇ ਵੀ ਸ਼ੁੱਧ ਹੋਣਗੇ, ਉੱਤੇ ਪਰਨਾ ਵੀ ਸ਼ੁੱਧ ਹੋਊਗਾ, ਫਿਰ ਉਹ ਮੈਂ ਭੇਟਾ ਦਊਂਗਾ। ਭੇਟਾ ਤੇ ਵੈਸੇ ਇੱਥੇ ਹਰ ਤਰ੍ਹਾਂ ਦੀ ਮਨਜ਼ੂਰ ਆ। ਜਿਹੜੀ ਸਿਰ ਦੇਣ ਦੀ ਭੇਟਾ ਕਹਿੰਦੇ ਆ, ਗੁਰੂ ਸਾਹਿਬ ਨੇ ਪਹਿਲਾਂ ਆਪਣਾ ਸੀਸ ਦਿੱਤਾ ਸੀਗਾ। ਪਹਿਲਾਂ ਆਪਣੇ ਪਿਤਾ ਗੁਰੂ ਦਾ ਸੀਸ, ਉਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੇਟ ਕੀਤਾ ਇਸ ਜ਼ੁਲਮ ਦੇ ਖਿਲਾਫ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ, ਉੱਥੇ ਲਲਕਾਰ ਕੇ ਕਿਹਾ, ਸ਼ੁੱਧਤਾ ਦੇ ਨਾਲ ਕਿਹਾ ਬਈ ਸੀਸ ਚਾਹੀਦਾ। ਇਹ ਨਹੀਂ ਕਿਹਾ ਪਹਿਲਾਂ ਹੀ ਕਿਸੇ ਨੂੰ ਤਿਆਰ ਕਰ ਲਿਆ ਸੀਸ ਚਾਹੀਦਾ। ਜਦੋਂ ਭਾਈ ਦਇਆ ਸਿੰਘ ਜੀ ਉੱਠੇ ਆ ਤੇ ਉਸ ਤੋਂ ਬਾਅਦ 5 ਪਿਆਰੇ ਉੱਠੇ ਆ, ਫਿਰ 5 ਪਿਆਰਿਆਂ ਨੇ ਕਿਹਾ ਅਸੀਂ ਤਾਂ ਸੀਸ ਦੇ ਕੇ ਅੰਮ੍ਰਿਤ ਲਿਆ, ਤੇ ਗੁਰੂ ਮਹਾਰਾਜ ਤੁਸੀਂ ਫੇਰ ਹੁਣ ਕੀ ਦਿਓਗੇ? ਉਹਨੀ ਸੀਸ ਭੇਟ ਕੀਤਾ। ਫਿਰ ਕਿਹਾ ਸੀ ਸਾਰਾ ਪਰਿਵਾਰ ਦਾ ਜਿਹੜਾ ਉਹ ਤਨ ਵੀ, ਮਨ ਵੀ, ਧਨ ਵੀ ਸਭ ਕੁਰਬਾਨ ਕਰਤਾ ਇਸ ਅੰਮ੍ਰਿਤ ਦੀ ਦਾਤ ਦੇ ਲਈ, ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ। ਅੱਜ ਕੋਈ ਉਹ ਅੰਮ੍ਰਿਤ ਦੀ ਬੇਅਦਬੀ ਕਰਨ ਦਿਆ ਆ, ਬਾਣੇ ਦੀ ਬੇਅਦਬੀ ਕਰਦਾ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ, ਇੱਥੇ ਤੱਕ ਕਿ ਗੁਰੂ ਘਰਾਂ ਦੀ ਵੀ ਬੇਅਦਬੀ ਕਰਦੇ ਆ। ਮੇਰੀ ਛੋਟੀ ਉਮਰ ਸੀ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ। ਉਦੋਂ ਆਪਣਾ ਮੈਂ ਮੁੱਲ 25,000 ਪਾਇਆ 84 ਸਾਲ ਦੇ ਵਿੱਚ। 94 ਸਾਲ ਦੇ ਵਿੱਚ ਕਫਨ ਬਣ ਕੇ ਤੁਰਿਆ, ਜਦੋਂ ਬਿਆਨ ਸਿੰਘ ਤੇ KPS ਗਿੱਲ ਬਹੁਤ ਲੋਕਾਂ ਨੂੰ ਮਾਰੀ ਜਾ ਰਹੀ। ਕਫਨ ਬਣ ਕੇ ਤੁਰਿਆ, ਇੱਥੇ ਆਇਆ, ਸੋਝੀ ਮਿਲੀ, ਉਦੋਂ ਦਰਸ਼ਨ ਦੀਦਾਰੇ ਹੋ ਗਏ। ਫਿਰ ਮੈਂ ਚਲ ਗਿਆ, ਚਲੋ ਸੰਘਰਸ਼ ਕਰਦੇ ਕਰਦੇ ਫਿਰ 2000 ਸਾਲ ਦੇ ਵਿੱਚ ਆਇਆ। ਇਹ ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਉਹਨਾਂ ਦੇ ਖਿਲਾਫ ਇਸ਼ਤਿਹਾਰ, ਫੋਟੋ ਸਟੇਟ ਬਣਾਏ, ਹਲਫੀਆ ਬਿਆਨ ਬਣਾਏ, ਇੱਥੇ ਖਿਲਾਰੇ। ਪਹਿਲੀ ਵਾਰ ਮੈਂ ਮਾਂ ਪਿਓ ਦੇ ਪੈਰੀਂ ਹੱਥ ਲਾ ਕੇ ਆਇਆ ਸੀਗਾ ਬਈ ਆਪਣਾ ਤਨ ਵੀ, ਮਨ ਵੀ ਸਭ ਕੁਰਬਾਨ ਕਰ ਦੇਣਾ। ਇੱਥੇ ਮੈਨੂੰ ਇਨੀ ਬੁਲਟ ਪ੍ਰੂਫ, ਜਿੱਥੇ ਪਹਿਲਾ ਪੁਰਾਤਨ ਲੰਗਰ ਹਾਲ ਆ ਉੱਥੇ ਇਕੱਠੀ ਕੀਤੀ ਲਿਆਂਦਾ, ਇਨੀ ਮੈਨੂੰ ਕੁੱਟਿਆ ਬੜਾ। 2000 ਸਾਲ ਦੀ ਗੱਲ ਆ। 84 ਵਾਲਾ ਜਿਹੜਾ ਉਹ ਅਟੈਕ ਜਿਹੜਾ ਆਪਾਂ ਜਿੱਤ ਲਈ ਸੀ ਆਪਣੀ ਕਾਰਵਾਈ, ਕਿਉਂਕਿ 2 ਸਾਲਾਂ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਇੱਕ ਵੋਟ ਨਾਲ ਸਰਕਾਰ ਤੋੜੀ। 1998 ਤੋਂ ਲੈ ਕੇ 2000 ਸਾਲ ਤੱਕ ਪਾਕਿਸਤਾਨ ਦਾ ਰਾਜ ਪਲਟਾਤਾ। ਸਿਮਰਜੀਤ ਮਾਨ ਨੂੰ ਪਾਰਲੀਮੈਂਟ 'ਚ ਭੇਜਤਾ। 90-91 ਦੀ ਯੋਜਨਾ ਸੀ ਵਿਗਿਆਨੀ ਨੂੰ ਆਪਾਂ ਰਾਸ਼ਟਰਪਤੀ ਬਣਾਵਾਂਗੇ, ਉਹ ਦੂਰਅੰਦੇਸ਼ੀ ਹੁੰਦਾ। ਤੇ ਫਿਰ ਉਦੋਂ ਸੀਗਾ ਵੀ ਇੱਕ ਵੋਟ ਨਾਲ ਸਰਕਾਰ ਤੋੜਨੀ। ਉੱਤੇ ਸਾਰੇ ਚੋਣ ਨਿਸ਼ਾਨ ਜਿਹੜੇ ਆ, ਮੈਂ ਪਹਿਲਾਂ ਬੈਲਟ ਪੇਪਰ 'ਚ ਵੋਟ ਪੈਂਦੀ ਸੀ ਜਿੱਦਾਂ MLA ਟਾਂਡੇ ਦੀ ਮੋਹਰ ਆ ਕਾਗਜ਼ਾਂ ਤੇ, ਇਦਾਂ ਹੀ ਮੈਂ ਥੱਲੇ ਮੋਹਰ ਲਾਈ, ਸਾਰੇ ਚੋਣ ਨਿਸ਼ਾਨ ਗਲਤ ਕੀਤੇ ਤੇ ਇੱਕ ਓੰਕਾਰ ਲਿਖਿਆ ਹੱਕ ਸੱਚ, ਜਿਹੜਾ ਨਹੀਂ ਲਿਖਿਆ ਹੋਇਆ ਹੱਕ ਸੱਚ ਲਿਖ ਹੋਇਆ। ਫਿਰ ਉਸ ਤੋਂ ਬਾਅਦ ਕਰੋਨਾ ਕਾਲ ਦੇ ਵਿੱਚ ਵੀ ਅਸੀਂ ਇੱਥੇ ਆਏ ਬਈ ਸਾਰੀ ਦੁਨੀਆ ਤੇ ਜਿਹੜਾ ਜ਼ਬਰ ਹੋਣਾ, ਉਹ ਜਿਹੜਾ ਕਰੋਨਾ ਵਾਇਰਸ ਆ, ਉਹ ਇੱਕ ਜਿਹੜਾ ਇਹਨਾਂ ਨੇ ਆਪ ਤਿਆਰ ਕੀਤਾ, ਜਿਨ੍ਹਾਂ ਸਾਰੇ ਦੁਨੀਆ ਦੇ ਦੇਸ਼ਾਂ ਦਾ ਤੇ ਲੋਕਾਂ ਦਾ ਨੁਕਸਾਨ ਕੀਤਾ। ਉਹਦੇ ਲਈ ਮੈਂ ਆਵਾਜ਼ ਬੁਲੰਦ ਕੀਤੀ। ਜਿਹੜਾ ਆਪਣਾ ਗੰਨਾ ਬੀਜਦਾ ਸੀ, ਲਾਈਵ ਚੱਲਦਾ ਸੀਗਾ ਵੀ ਇਹਨੇ ਕੀ ਕਰਨਾ। ਉਹਦੇ ਵਿੱਚ ਫਿਰ ਸੁਪਰੀਮ ਕੋਰਟ ਤੋਂ ਜਿਹੜੀ 124 ਧਾਰਾ ਸਾਰਿਆਂ ਤੇ ਖਤਮ ਹੋ ਗਈ। ਮੇਰੇ ਤੇ ਜਿਹੜਾ ਉਹ ਹਾਈ ਕੋਰਟ 'ਚੋਂ ਜ਼ਮਾਨਤ ਹੋਈ। ਜਿਹੜਾ ਸੈਸ਼ਨ ਕੋਰਟ, ਲੋਅਰ ਕੋਰਟ ਕੇਸ ਆ ਦੁਨਿਆਵੀ ਅਦਾਲਤਾਂ ਦੇ ਵਿੱਚ ਮੇਰੀ ਤਰੀਕ ਸੀਗੀ। ਇਹ ਮੈਂ ਹੁਣ ਅਕਾਲ ਪੁਰਖ ਦੇ ਵਾਹਿਗੁਰੂ ਦੇ ਵੀ ਤਰੀਕ ਆ ਮੁਕੱਦਮਾ 84 ਦਾ। ਹੁਣ 84 ਲੱਖ ਜੂਨ ਦੇ ਵਿੱਚੋਂ ਮਨੁੱਖਾ ਦੇਹੀ ਮਿਲਦੀ ਆ। ਜੇ ਉਹਨੂੰ ਤੁਸੀਂ 2-2 ਕੋਕਿਆਂ ਫੀਤੀਆਂ ਦੀ ਖਾਤਰ ਇੰਨੇ ਲੋਕਾਂ ਦਾ ਕਤਲੇਆਮ ਕਰਾ ਦਿਓ, ਪੰਜਾਬ ਦਾ ਨੁਕਸਾਨ ਕਰਾ ਦਿਓ। ਹੁਣ ਖੇਤੀ ਕਾਨੂੰਨਾਂ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਤੇ ਹੀ ਮੁਕੱਦਮਾ ਦਰਜ ਹੋ ਗਿਆ ਸੀਗਾ ਵੀ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੇ ਖਿਲਾਫ ਲੋਕ ਭੜਕ ਜਾਣੇ ਆ। ਇਹਨਾਂ ਸਰਕਾਰਾਂ ਨੂੰ ਬਣਾਉਣ ਦੇ ਵਿੱਚ ਵੀ ਸਾਡਾ ਹੱਥ ਹੁੰਦਾ, ਇਹਨਾਂ ਨੂੰ ਤੋੜਨ ਦੇ ਵਿੱਚ ਵੀ ਹੱਥ ਹੁੰਦਾ, ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਵੀ ਹੁੰਦਾ। ਜਿੱਦਣ ਇੱਥੇ ਬੀੜੀ ਸਿੱਟ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਲਈ ਭਾਰਤ ਦਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋਸ਼ੀ ਆ। ਫਿਰ ਮੈਂ ਦੇ ਜਹੇਦਾਰ ਦੇ ਫੋਨ ਤੇ ਨੰਬਰ ਕੀਤਾ ਘੰਟੇ 9855505800 ਤੇ। ਮੈਂ ਕਿਹਾ ਸਾਡੇ ਪਿੰਡ ਦਾ ਵੀ ਇਹੋ ਮਾਮਲਾ, ਜਦੋਂ ਧਾਰਮਿਕ ਮਾਮਲਾ ਹੁੰਦਾ ਅਕਾਲ ਤਖਤ ਸਾਹਿਬ ਤੇ ਜਾਂਦਾ। ਉਹਨੇ ਕਿਹਾ ਬਈ ਤੁਸੀਂ ਮਰੇ ਆ, ਤਾਂ ਮੈਂ ਕਿਹਾ ਫਿਰ ਤੁਸੀਂ ਕੜਾ ਖਾਨ ਨੂੰ ਰੱਖਿਓ ਆ। ਇਹ ਗੱਲਾਂ ਕਹਿਤੀਆਂ ਫੋਨ ਤੇ, ਇਹ ਰਿਕਾਰਡ ਆ, ਮੇਰੇ ਦੇ ਆਉਂਦੇ ਆ, ਸਾਰੀਆਂ ਰਿਕਾਰਡਿੰਗਾਂ ਵੀ ਹੁੰਦੀਆਂ। ਉਹਦੇ ਵਿੱਚ ਉੱਥੇ ਟੱਪ ਕੇ ਜਦੋਂ ਚੱਲ ਗਿਆ, ਉਹਦਾ ਜੀ ਆਧਾਰ ਕਾਰਡ ਨਹੀਂ ਲੱਭਿਆ। ਹੁਣ ਕਰੋੜ ਰੁਪਏ ਦਾ ਨਸ਼ਾ ਵੇਚ ਦਿੰਦੇ ਆ, ਉਹ ਬਿਨਾਂ ਆਧਾਰ ਕਾਰਡ ਤੋਂ ਚੱਲਦਾ। ਉੱਤੇ ਕਿਹੜਾ ਟੈਕਸ ਲੱਗਦਾ, ਕਿਹੜੇ ਉਹਦੇ ਇਨਕਮ ਟੈਕਸ ਆ ਜਾਂ ਉਹਦਾ ਸੇਲ ਟੈਕਸ ਆ। ਜੇ ਕਿਸਾਨ ਫਸਲ ਬੀਜਦਾ ਆ, ਮੈਂ ਕਿਸਾਨ ਨੂੰ ਮੁੱਖ ਆਪਣੇ ਆਪ ਨੂੰ ਮੰਨਿਆ, ਕਿਸਾਨ ਫਸਲ ਬੀਜਦਾ, ਆਧਾਰ ਕਾਰਡ ਤੋਂ ਬਿਨਾਂ ਫਸਲ ਨਹੀਂ ਵਿਕਦੀ ਗੰਨੇ ਦੀ। ਮੈਨੂੰ ਐਰਕੀ ਮੈਂ ਕਿਸੇ ਦੇ ਨਾਂ ਤੇ ਗੰਨਾ ਵੇਚਿਆ ਤੇ ਆਧਾਰ ਕਾਰਡ ਤੋਂ ਬਿਨਾਂ ਜਿਹੜਾ ਪੈਸਾ ਨਹੀਂ ਮਿਲਦਾ ਗੰਨਿਆਂ ਦਾ। ਜ਼ਿਮੀਂਦਾਰ ਇੰਨੇ ਔਖੇ ਆ, ਮਜ਼ਦੂਰ ਇੰਨੇ ਔਖੇ ਆ। ਜਦ ਕਿ ਇਸ ਕਿਰਤ ਨੂੰ ਰੋਕਣ ਦੇ ਲਈ 10ਵੇਂ ਪਾਤਸ਼ਾਹ ਨੇ ਮੁੜ ਕੇ ਤਲਵਾਰ ਚੱਕੀ ਆ। ਹੱਕ ਕੱਲਾ ਇਹ ਨਹੀਂ ਹੁੰਦਾ ਜ਼ਮੀਨ ਜਾਇਦਾਦ ਦਾ, ਧਨ ਦੌਲਤ ਪਦਾਰਥਾਂ ਦਾ। ਸਾਡੀ ਜਿਹੜੀ ਫਸਲਾਂ ਆ, ਅੰਨ ਪਾਣੀ ਬਿਨੋਂ ਦੇਹੀ ਨਹੀਂ ਚੱਲਦੀ। ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਦੁਸ਼ਟ ਕੋ ਗਾਲੇ। ਜਿਹੜਾ ਖਾਲਸਾ ਆ ਉਹ ਫਸਲ
ਹੁਣ ਫੌਜਾਂ ਆ ਜੰਗ ਲੜਦੀਆਂ, ਯੂਕਰੇਨ ਦੀ ਧਰਤੀ ਵੀ ਉਹ ਰੱਬ ਨੇ ਬਣਾਈ ਆ ਤੇ ਪੰਜਾਬ ਦੀ ਵੀ ਬਣਾਈ ਆ। ਉੱਥੇ ਬੰਬ ਵਰਦੇ ਆ, ਉੱਥੇ ਦੇ ਲੋਕ ਆ ਉਹ ਵੀ ਸਾਰੇ ਸਾਡੇ ਸਾਂਝੇ ਆ। ਉੱਥੇ ਕੋਈ ਵੀ ਨਹੀਂ ਬੋਲਦਾ, ਨਾ ਕੋਈ ਦੇਸ਼ ਬੋਲਦਾ, ਨਾ ਮਨੁੱਖ ਬੋਲਦਾ। ਜਿੱਦਾਂ ਕਰੋਨਾ ਦੇ ਵਿੱਚ ਨਹੀਂ ਕੋਈ ਬੋਲ ਲਿਆ। ਗੰਨੇ ਦੀ ਰਾਹ 'ਚ ਫਰਕ ਹੁੰਦਾ, ਬੰਦੇ ਦੇ ਖੂਨ 'ਚ ਫਰਕ ਹੁੰਦਾ। ਮੈਂ ਤੁਹਾਡੇ ਆ ਚੈਨਲ ਦੇ ਵਿੱਚ ਸਾਰੇ ਦੇਖਦੇ ਆ। ਮੈਂ ਕਹਿੰਦਾ ਮੈਨੂੰ ਫਾਂਸੀ ਚਾੜੋ, ਕਿਉਂਕਿ ਜਿਹੜੇ ਮੇਰੇ ਤੇ ਮੁਕੱਦਮਾ ਵੀ ਦਰਜ ਆ ਉਹ ਫਾਂਸੀ ਵਾਲਾ ਹੀ ਆ ਜੀ, ਭਗਤ ਸਿੰਘ ਵਾਲਾ ਮੁਕੱਦਮਾ ਆ। ਮੈਂ ਕਿਹਾ ਕੋਈ ਗੱਲ ਨਹੀਂ, ਇੱਕ ਬੰਨੇ ਇੰਡੀਆ, ਪਾਕਿਸਤਾਨ ਤੇ ਬੰਗਲਾਦੇਸ਼ ਦੀ ਹਕੂਮਤ ਆ ਜਾਏ, ਇੱਕ ਬੰਨੇ ਮੈਂ ਆ ਜਾਊਂ। 30 ਮਈ 2014 ਨੂੰ ਮੈਂ ਆਪਣੀ ਕਾਰ ਤੇ ਲਾਲ ਬੱਤੀ ਲਾ ਕੇ ਕਿਹਾ ਸੀ ਵੀ ਐਂਬੂਲੈਂਸ ਤੋਂ ਸਿਵਾਏ ਕਿਸੇ ਦੇ ਬੱਤੀਆਂ ਨਹੀਂ ਚਾਹੀਦੇ। 14 ਸਾਲ 'ਚ ਪਤਾ ਸੀ ਇਹ ਕੀ ਹੋਣਾ ਇਹਨਾਂ ਦੇ ਹਾਲਾਤ। ਹੁਣ ਮੈਂ ਆਨੰਦਪੁਰ ਸਾਹਿਬ ਦੀ ਧਰਤੀ, ਗੁੰਮਟ ਸਾਹਿਬ, ਨਿਸ਼ਾਨ ਸਾਹਿਬ ਨੂੰ ਇੱਥੇ ਤਾਂ ਕਿਹਾ ਵੀ ਤੁਸੀਂ ਮਰਜੀ ਬਾਈਟ ਲੈ ਲਓ, ਚੱਲੂਗੀ ਜਾਂ ਨਾ ਚੱਲੂਗੀ ਗੱਲ ਵੱਖਰੀ ਆ। ਕਿਉਂਕਿ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਉਸ ਵਿੱਚ ਗੁਫ਼ਤਗੂ ਕਰਦੇ ਸੀ, ਉਹ ਅੱਖਰਾਂ 'ਚ ਨਹੀਂ ਬਾਹਰ ਆਉਂਦੀ ਹੁੰਦੀ। ਗੁਰੂ ਨਾਨਕ ਅੰਤਰਜਾਮੀ, ਬਿਨਾਂ ਬੋਲਿਓ ਸਭ ਕੁਝ ਜਾਣਦੇ। ਹੁਣੀ ਫਿਰ ਸੰਦੇਸ਼ ਕੀਤਾ, ਆਪਣੀ ਸ਼ਕਤੀ ਵਰਤੀ। ਭਾਈ ਮਰਦਾਨਾ ਜੀ ਨਿਸ਼ੰਕ ਹੋ ਕੇ ਕਹੋ, ਜਿਹੜੀ ਸਾਡੀ ਅੰਦਰਲੀ ਆਵਾਜ਼ ਹੁੰਦੀ, ਆਤਮਾ ਦੀ ਆਵਾਜ਼ ਹੁੰਦੀ ਆ, ਉਹ ਨਿਸ਼ੰਕ ਹੋ ਕੇ ਕਹੀ ਦੀ, ਉਹ ਰੱਬ ਹੀ ਕਢਾਉਂਦਾ ਹੁੰਦਾ। ਮੈਂ ਆਪਣੀ ਆਤਮਾ ਦੀ ਆਵਾਜ਼ ਨਾਲ ਪਹਿਲਾਂ ਵੀ ਆਇਆ ਸੀ ਕੌਮੀ ਇਨਸਾਫ ਮੋਰਚੇ ਤੋਂ, ਫਿਰ ਇੱਥੇ ਆਇਆ ਪਤਾਲਪੁਰੀ, ਫਿਰ ਆਨੰਦਪੁਰ ਸਾਹਿਬ ਆਇਆ। ਅੰਦਰ ਆਇਆ ਵੀ ਕਿੰਨੇ ਪੈਸੇ ਦੇਵਾਂ, ਉਹ ਯਾਰ ਇਹ ਤਾਂ ਕਰੰਸੀ ਸਾਡੀ ਰੱਦੀ ਬਣਾਤੀ ਸੀ ਮੋਦੀ ਨੇ ਨੋਟਬੰਦੀ ਵੇਲੇ, ਵੀ ਇੱਥੇ ਸਿਰ ਭੇਟ ਕਰਦੇ ਆ। ਹੇ ਅਕਾਲ ਪੁਰਖ ਵਾਹਿਗੁਰੂ ਮੇਰਾ ਸੀਸ ਲੈ ਲਾ, 1984 ਦਾ ਬਦਲਾ ਤੇ ਇਨਸਾਫ ਪ੍ਰਗਟ ਕਰਦੇ ਸੂਰਜ ਵਾਂਗ। ਰੱਬ ਤੋਂ ਬਿਨਾ ਕੋਈ ਵੀ ਦੁਨੀਆ ਦੀ ਅਦਾਲਤ ਇਨਸਾਫ ਨਹੀਂ ਪ੍ਰਗਟ ਕਰ ਸਕਦੀ, ਕਿਉਂਕਿ ਜਿਹੜਾ ਸੁਪਰੀਮ ਕੋਰਟ ਦਾ ਜੇਐਸ ਖਹਿਰ ਆ, ਉਹਨਾਂ ਵੀ ਮੇਰੀ ਗੱਲਬਾਤ ਹੋਈ ਆ। ਜਿਹੜੀ ਦਇਆ ਚੌਧਰੀ ਮੇਰੀ ਫੇਸਬੁੱਕ ਜਸਵੀਰ ਸਿੰਘ ਚਲਾਂਗ ਵਾਲੀ ਤੇ ਉਹਦੀ ਫੋਟੋ ਆ, ਬਾਕੀ ਜੱਜਾਂ ਨਾਲ ਵੀ ਆ। ਬੜਾ ਮੈਂ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦੇ ਚਾਰੇ ਜਿਹੜੇ ਹੁੰਦੇ, ਉਹ ਬਚਾਉਣੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਔਖੇ ਨਹੀਂ ਹੁੰਦੇ। ਜੇ ਉਹਨਾਂ ਨੇ ਗ੍ਰਸਤੀ ਜੀਵਨ ਧਾਰਿਆ ਹੁੰਦਾ, ਮੈਂ ਦਾਅਵੇ ਨਾਲ ਕਹਿਣਾ ਇਹ ਧਰਤੀ ਤੋਂ ਬਦੀ ਤੇ ਬੇਇਨਸਾਫੀ ਖਤਮ ਹੋ ਜਾਣੀ। ਹੁਣ ਮੈਂ ਦਾਅਵੇ ਨਾਲ ਕਹਿਣਾ ਇਹ ਧਰਤੀ ਦੇ 65 ਪੈਸੇ ਦਾ ਨਾਮ ਆ। ਜੇ ਕੋਈ ਦੁਨੀਆ ਦੇ ਵਿੱਚ ਇਨਸਾਫ ਕਰਦਾ, ਚਾਹੇ ਯੂਐਨਓ ਕਰਦਾ, ਚਾਹੇ ਅੰਤਰਰਾਸ਼ਟਰੀ ਕੋਰਟ ਕਰ ਜਾਏ, ਉਹ WHO ਨੇ ਜਾਣ ਕੇ ਬੰਦੇ ਮਰਾਏ। ਚੀਨ ਦੇ ਖਿਲਾਫ ਕਿਸੇ ਨੇ ਕਾਰਵਾਈ ਨਹੀਂ ਕੀਤੀ। ਇਹ ਦਾਅਵਾ ਆ ਵੀ ਇਨਸਾਫ ਹੈ ਨਹੀਂ। ਮੈਂ ਇਨਸਾਫ ਦੀ ਜੰਗ ਦੇ ਲੜਨ ਲਈ ਫਾਂਸੀ ਚੜ੍ਹਨ ਨੂੰ ਤਿਆਰ ਆ। ਜਸਵੀਰ ਸਿੰਘ ਚਲਾਂਗ ਕਰਕੇ ਮੇਰਾ ਨਾਂ ਆ। ਮਦਨ ਮੋਹਨ ਮਿੱਤਰ ਨੂੰ ਮੈਂ ਕਹਿਤਾ ਅਸੀਂ ਸਰਕਾਰ ਤੋੜ ਸਕਦੇ, ਬਣਾ ਸਕਦੇ ਹਾਂ। ਜਿੱਦਣ ਦਿੱਲੀ ਲਾਹੌਰ ਸ਼ਾਂਤੀ ਬਾਸ਼ ਕਰਦੇ ਕਾਰਗਲ 'ਚ ਘੁਸਪੈਠ ਕਰਕੇ ਸਾਡੇ ਫੌਜੀ ਮਰਾ ਲਏ, ਫੌਜੀ ਤੋਂ ਲੈ ਕੇ ਫੌਜ ਮੁਖੀ ਤੱਕ ਸਾਡੇ ਗੁਲਾਮ ਆ। ਕਿਸਾਨ ਆਗੂ ਸਾਡੇ 750 ਬੰਦੇ ਮਰ ਗਏ, ਸਾਡੀਆਂ ਮਾਈਆਂ ਫੁੱਟਪਾਥ ਤੇ ਬਹਿ ਗਈਆਂ। ਉਹ ਕਿੱਦਾਂ ਕਾਰਜ ਕੀਤੇ ਆ, ਕਿੱਦਾਂ ਕੀਤੇ ਆ। ਮੋਦੀ ਨੇ ਮੈਂ ਕਾਨੂੰਨ ਬਣਾਤੇ, ਮੈਂ ਕਾਨੂੰਨ ਰੱਦ ਕਰ ਦਿੱਤੇ। ਇਹ ਕਿਹੜਾ ਡਰਾਮਾ ਹੋਇਆ ਬਈ? ਆਹ ਟੁੱਟੇ ਸਕੂਟਰ ਨੂੰ ਮਰਜ਼ੀ ਦਿਖਾ ਦਿਓ। ਅੱਜ ਤੇ ਜੱਜ ਦੀ ਵੀ ਮੋਹਰ ਆ ਤੇ ਇਹਦੇ ਤੇ ਥਾਣੇ ਦੀ ਵੀ ਮੋਹਰ ਆ। 5000 ਰੁਪਈਆ ਖਰਚਿਆ, ਮੈਂ ਦਬਕਾ ਮਾਰਿਆ। ਕਹਿੰਦੇ ਯਾਰ 2 ਮੋਹਰਾਂ 200 ਰੁਪਈਏ ਰਿਸ਼ਵਤ ਦੇ ਵਿੱਚ ਮੈਂ ਲਿਆਇਆ। ਕਿਹੜਾ ਕਾਨੂੰਨ ਆ ਇੱਥੇ? ਆਪ ਜਹਾਜ਼ਾਂ ਦੇ ਉਹਨੇ ਟਾਇਰ ਖਸਾ ਸਿੱਟੇ। ਲੋਕਾਂ ਦੀ ਸਾਡੀ ਕਿਰਤ ਦੀ ਕਮਾਈ ਆ, ਵੀ ਫੋਕੀਆਂ ਸਰਦਾਰੀਆਂ ਆ। ਇੱਥੇ ਲਿਮਟਾਂ ਆ, ਜੇ ਹੋ ਰਿਹਾ ਮੈਂ ਵੀ ਲਿਮਟ ਲਈ ਸੀ। ਮੈਂ ਲਿਮਟ ਤਾਰੀ ਆ ਪਹਿਲਾਂ ਐਰਕਾਂ ਦੀ ਵਾਰ 2000 ਸਾਲ ਦੇ ਵਿੱਚ ਆਉਣ ਤੋਂ ਬਾਅਦ 2020 ਤੋਂ ਬਾਅਦ ਸਾਰੀਆਂ ਮੇਰੀਆਂ ਫਸਲਾਂ ਖਰਾਬ ਹੋ ਗਈਆਂ। ਸਾਡੀਆਂ ਫਸਲਾਂ ਦੀ ਨਸਲਾਂ ਦੀ ਲੜਾਈ ਆ। ਚੰਗੀ ਨਸਲ ਦੇ ਨਹੀਂ ਗੰਨੇ ਨਹੀਂ ਰਹਿਣ ਦਿੱਤੇ। ਅੱਗੇ ਬੰਦਾ ਗੰਨੇ ਖਾ ਕੇ ਗੁਜ਼ਾਰਾ ਕਰ ਲੈਂਦਾ, ਚੰਗੀ ਨਸਲ ਦੇ ਨਹੀਂ ਬੰਦੇ ਨਹੀਂ ਰਹਿਣ ਦਿੱਤੇ। ਚੰਗੇ ਪੜ੍ਹੇ ਲਿਖੇ ਵਿਦੇਸ਼ਾਂ ਨੂੰ ਭੇਜ ਦਿੱਤੇ। ਉਹ ਮਨੁੱਖੀ ਤਸਕਰੀ ਆ। ਇਹਨਾਂ ਨੂੰ ਨਹੀਂ ਦੀਦਾ 50 ਲੱਖ ਰੁਪਈਆ ਸਾਡਾ ਬਾਹਰ ਲੱਗ ਜਾਂਦਾ। ਜੇ 2 ਕਿੱਲੇ ਪੈਲੀ, ਇੱਕ ਬੰਦਾ ਭਰਾ ਪੈਲੀ ਵੇਚ ਕੇ ਕਿੱਲਾ ਬਾਹਰ ਚੱਲ ਜਾਏ, 1 ਕਿੱਲੇ ਦਾ ਗੁਜ਼ਾਰਾ ਕਿੱਦਾਂ ਕਰ ਲੂ? ਕਿੱਦਾਂ ਬੁੱਢੇ ਮਾਪੇ ਸਾਂਭੇ? ਇੱਥੇ ਕੋਈ ਅਕਲ ਵਾਲੇ ਸੁਨੇਹਾ ਦੇ ਦਿਓ, ਹੁਣ ਸੁਨੇਹਾ ਦੇ ਦਿਓ। ਆਖਰ 'ਚ ਲੰਬੀ ਹੋ ਗਈ ਬਾਈਟ ਸੁਨੇਹਾ। ਇਹ ਮੈਂ ਸੁਨੇਹਾ ਇਹੋ ਹੀ ਦਿੰਨਾ ਬਈ ਸਾਡੇ 5 ਤਖਤਾਂ ਦੇ ਜਹੇਦਾਰਾਂ ਨੂੰ ਵੀ ਮੈਂ ਕਹਿਣਾ ਬਈ ਸਾਨੂੰ ਸੂਰਜ ਵਾਂਗੂ ਚਮਕਦਾ ਇਨਸਾਫ ਦੱਸੋ, ਚਮਕਦਾ ਸੱਚ ਦੱਸੋ। ਇੱਥੇ ਜੰਗਲਾਂ ਟੱਪ ਕੇ ਦਰਬਾਰ ਸਾਹਿਬ ਚਲ ਗਿਆ, ਉਹ ਨਹੀਂ ਤੁਹਾਨੂੰ ਕੁਛ ਕੀਤਾ। ਇੱਥੇ ਪੁਲਿਸ ਹੁੰਦੀ, ਸਾਰਾ ਕੁਝ ਹੁੰਦਾ। ਕਿੱਦਾਂ ਬੀੜੀ ਸਿੱਟ ਕੇ ਉਹਨਾਂ ਕੀ ਸੇਵਾ ਦੇ ਵਿੱਚ ਮਗਨ ਹੁੰਦੇ ਆ। ਬੀੜੀ ਸਿੱਟੂਗਾ ਮੈਂ ਰਮਾਲਿਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਸਰੂਪ ਨੂੰ ਅੱਗ ਲਾ ਦੂੰਗਾ। ਜਿਹੜੇ ਨਿਹੰਗ ਸਿੰਘ ਬੈਠੇ, ਹੋਰ ਬੈਠੇ ਦਿੱਲੀ ਦੇ ਬਾਰਡਰ ਤੇ, ਸਾਰੇ ਇੱਥੇ ਆ ਜਾਣਗੇ। ਅਸੀਂ ਉਹ ਚੀਜ਼ਾਂ ਜਾਣਦੇ ਆ ਜਿਹੜੀਆਂ ਹਲੇ ਕਿਸੇ ਨੇ ਕਹਿਣੀਆਂ ਹੁੰਦੀਆਂ। ਪੂਰੇ ਵਰਲਡ ਦੀਆਂ ਇੰਟੈਲੀਜੈਂਸੀਆਂ ਨੂੰ ਦੱਸਦੇ ਆ। ਇਹ ਰੱਬ ਜੇ ਨੂੰ ਗਿਆਨ ਦੇ ਦੇ ਨਾ, ਉਹਦੀ ਵੱਖਰੀ ਗੱਲ ਹੁੰਦੀ ਆ। ਸੱਚੋ ਕਹਿੰਦਾ 14/4/2020 ਨੂੰ ਮੈਂ ਤਾਂ ਮੁਕੱਦਮਾ ਪਾਉਣ ਲੱਗਿਆ। ਇਦਾਂ ਹੀ ਸਿੱਖਿਆ। ਕਿੱਥੋਂ ਸਿੱਖੀ? ਮੈਂ ਕਿਹਾ ਗੁਰਦੁਆਰਾ ਟਾਹਲੀ ਸਾਹਿਬ ਤੋਂ। ਗੁਰਦੁਆਰਾ ਟਾਹਲੀ ਸਾਹਿਬ 6ਵੇਂ ਪਾਤਸ਼ਾਹੀ ਦਾ ਸਥਾਨ ਆ। ਜਦੋਂ ਮੈਂ ਕਫਨ ਬਣ ਕੇ ਤੁਰਿਆ ਸੀ ਨਾ, ਬਿਆਨ ਸਿੰਘ ਦੀ ਸਰਕਾਰ ਸੀ, ਉਦੋਂ ਗੁਰੂ ਮਹਾਰਾਜ ਦੇ ਦਰਸ਼ਨ ਹੋਏ। ਮੈਨੂੰ ਕਿਹਾ ਗੁਰਦੁਆਰਾ ਟਾਹਲੀ ਸਾਹਿਬ ਆ ਜਾ। ਆਨੰਦਪੁਰ ਸਾਹਿਬ ਆਇਆ ਮੈਂ ਇੱਥੇ ਵੀ ਇਹ ਮਾਹੌਲ ਸ਼ਾਂਤ ਕਰਨਾ। ਸ਼ਾਂਤ ਮਾਹੌਲ ਦੇ ਲਈ ਗਿਆਨ ਜ਼ਰੂਰੀ ਆ। ਗਿਆਨ ਦੇ ਨਾਲ ਗੁਰੂ ਦੀ ਕਿਰਪਾ ਜ਼ਰੂਰੀ ਆ। ਗੁਰੂ ਦੀ ਕਿਰਪਾ ਉਹਦੇ ਤੇ ਹੁੰਦੀ ਆ ਜਿਹਦੀ ਆਤਮਾ ਸ਼ੁੱਧ ਹੁੰਦੀ ਆ। ਕੱਪੜੇ ਮੈਲੇ ਨਾ ਦੇਖੋ। ਆਹ ਪਿੰਡ ਡਰਾਈਵ ਦੇ ਵਿੱਚ ਸਾਰਾ ਕੁਝ ਆ। ਮੇਰੇ ਚਲਾਂਗ ਪਿੰਡ ਦੇ ਗੁਰਦੁਆਰੇ ਤੋਂ ਲੈ ਕੇ ਮੈਂ ਵੀ ਸਰਪੰਚੀ ਲੜੀ ਆ। ਚਲਾਂਗ ਗੁਰਦੁਆਰੇ ਤੋਂ ਲੈ ਕੇ ਸਾਰੇ ਬੰਨੇ ਦੀਆਂ ਕਾਰਵਾਈਆਂ ਆ ਇੰਨੀ ਪਿੰਡ ਡਰਾਈਵ ਦੇ ਵਿੱਚ ਆ। ਪੈਸਾ ਨਹੀਂ ਸਾਡੇ ਲਈ ਉੱਤਮ, ਸਾਡੇ ਲਈ ਜਿਹੜਾ ਇੱਕ ਸੰਘਰਸ਼ ਉੱਤਮ ਆ। ਸੰਘਰਸ਼ ਜਿਹਨੂੰ ਰੱਬ ਕਰਾਵੇ ਉਹੀ ਸੰਘਰਸ਼ ਕਰਦਾ ਹੁੰਦਾ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਮਨ ਚਾਹੁੰਦਾ ਜੰਗ ਕਰ, ਨਹੀਂ ਤਾਂ ਕਰ ਬਰਾਗ। ਪ੍ਰਭ ਭਾਵੇ ਦਾ ਤੇਗ ਉਠਾਏ, ਸਿਰ ਮੁੰਡੀ ਕੱਟ ਜਾਏ। ਦਾਨੇ ਜੰਗ ਜਿਹੜੀ ਤਲਵਾਰ ਕਹਿੰਦੇ ਸੀ ਪਾਰਲੀਮੈਂਟ ਤੇ ਸਿਮਰਜੀਤ ਮਾਨ ਨੇ ਜਿੱਤਣੀ ਆ। ਹੁਣ ਸਿਮਰਜੀਤ ਮਾਨ ਜੀ ਨੂੰ ਆਪਣੇ ਉਹ ਸਟੇਜ ਤੇ ਬੈਠੇ ਆ, ਚਿੱਠੀ ਦੇ ਆਇਆ।
ਪਾਰਲੀਮੈਂਟ ਇੱਕ ਬੰਨੇ ਦੂਜੇ ਬੰਨੇ ਇੱਕ ਬੰਨੇ ਮੈਂ ਇਕੱਲਾ। ਇਹ ਭਾਰਤ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਗੱਲਾਂ ਕਹੀਆਂ ਸੀ। ਕਾਨੂੰਨ ਕਨਾਨ ਇੱਥੇ ਕੋਈ ਨਹੀਂਗਾ, ਇੱਥੇ ਡਰਾਮੇਬਾਜ਼ੀ ਆ। ਕਾਨੂੰਨ ਅਕਾਲ ਪੁਰਖ ਵਾਹਿਗੁਰੂ ਦੇ ਜੇ ਪੱਤੇ ਝੜ ਜਾਂਦੇ ਤਾਂ ਉਹਨੂੰ ਕਾਨੂੰਨ ਦੇ ਨਾਲ ਪੈਦਾ ਕਰਨ ਦਾ ਕੋਈ ਵੀ ਦੁਨੀਆ ਦਾ ਕਾਨੂੰਨ ਸੰਵਿਧਾਨ ਅਹਿਲੇ ਇਨਸਾਫ ਨਹੀਂ ਦੇ ਸਕਦਾ। ਇਨਸਾਫ ਆਨੰਦਪੁਰ ਸਾਹਿਬ ਦਾ ਆ ਸਾਡੀ ਸਰਵਉੱਚ ਅਦਾਲਤ ਆ। ਕਰੇਗੀ ਆਵੇ ਨਿਹਾਲ ਹੋ ਜਾਵੇ ਕਾਲ ਪੁਰਖ ਦੇ ਮਨ ਨੂੰ ਭਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੇ ਜਕਾਰੇ ਕੇ ਜਾਵੇ ਨਿਹਾਲ ਹੋ ਜਾਵੇ ਗੁਰੂ ਰਾਮਦਾਸ ਜੀ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਅੰਤ ਵਿੱਚ ਮੈਂ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਨੂੰ ਕਹਿਣਾ ਵੀ ਮੁਕੱਦਮਾ ਮੇਰਾ ਹੈਗਾ, ਤੂੰ ਕੱਲ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਮੈਂ ਫਾਂਸੀ ਚੜ੍ਹਨ ਨੂੰ ਤਿਆਰ ਆ। ਭਾਰਤ ਦੀ ਰਾਸ਼ਟਰਪਤੀ ਨੂੰ ਹੁਕਮ ਕਰਦਾ ਰਾਸ਼ਟਰੀ ਤੇ ਵਿਅਕਤੀਗਤ ਸੁਰੱਖਿਆ ਤੇ ਇਨਸਾਫ ਨੂੰ ਪ੍ਰਗਟ ਕਰਨਾ ਤੇਰਾ ਕੰਮ ਹੁੰਦਾ। ਆ ਭਾਰਤ ਦੇ ਵਿੱਚ ਜਿਹੜਾ ਆਮ ਨਾਗਰਿਕ ਆ ਸੂਰਜ ਵਾਂਗ ਖਾਸ ਹੋਊਗਾ। ਅਮਰੀਕਾ ਦਾ ਵੀ ਰਾਸ਼ਟਰਪਤੀ ਨੇ ਉਹ ਕੰਮ ਕਰ ਸਕਦਾ ਜਿਹੜਾ ਅਸੀਂ ਕਰਦੇ ਆ। ਅੱਜ ਜੇ ਅਮਰੀਕਾ ਦਾ ਰਾਸ਼ਟਰਪਤੀ ਚੰਗਾ ਹੁੰਦਾ ਤੇ ਰੂਸ ਜਿਹੜਾ ਦੇਸ਼ ਆ ਉਹ ਯੂਕਰੇਨ ਦੇ ਉੱਤੇ ਜ਼ੁਲਮ ਨਾ ਕਰਦਾ। ਮੈਦਾਨੇ ਜੰਗ ਤਲਵਾਰ ਦੀ ਫੋਟੋ ਭੇਜੀ ਆ। ਭਾਰਤ ਦੇ ਗ੍ਰਹਿ ਵਿਭਾਗ ਦੇ ਕੋਲ ਵੀ ਆ, ਅਮਰੀਕਾ ਦੇ ਕੋਲ ਵੀ ਆ। ਇਹ ਕਿਰਪਾਨ ਉਹ ਆ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜੀ ਪਾਰਲੀਮੈਂਟ ਦੇ ਖਾਤਰ ਇਹਨੇ ਕਿੰਨਾ ਸਾਡੇ ਪੰਜਾਬ ਦੇ ਲੋਕਾਂ ਦਾ ਕਤਲੇਆਮ ਕੀਤਾ ਸੀ। ਜਦੋਂ ਮਾਨ ਨੂੰ ਕਹਿੰਦੇ ਸੀ ਗੱਤਕਾ ਸਾਹਿਬ ਗੱਤਕਾ ਖੇਡਣਾ ਉੱਥੇ। ਇਹ ਸਾਡੇ ਕੌਮ ਦੇ ਆਗੂ ਵੀ ਉਹ ਸੂਰਜ ਵਾਂਗੂ ਦੇਖੋ। ਇਹ ਗੱਲ ਜਿਹੜੀ ਛੁਪਣੀ ਨਹੀਂ ਗੀ, ਸੱਚ ਛੁਪਣਾ ਨਹੀਂਗਾ। ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਟੈਲੀਵਿਜ਼ਨ ਅਖਬਾਰਾਂ ਕੈਮਰਿਆਂ ਦੇ ਵਿੱਚ ਤਾਂ ਗੱਲ ਜਾਣੀ ਇਹ ਹਵਾ ਦੇ ਵਿੱਚ ਵੀ ਗੱਲ ਜਾਣੀ ਹੈ, ਛੁਪਣੀ ਨਹੀਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਾਂਸੀ ਚੜ੍ਹਨ ਨੂੰ ਤਿਆਰ ਆ। ਖਾਸ ਤੌਰ ਤੇ ਹੋਲੇ ਮਹੱਲੇ ਨੂੰ ਲੈ ਕੇ ਜੋ ਅੱਜ ਹੋਲਾ ਮਹੱਲਾ ਮਨਾਇਆ ਜਾ ਰਿਹਾ। ਸਿੰਘ ਸੰਗਤਾਂ ਵੱਲੋਂ ਖਾਲਸਾਈ ਝੰਡਿਆਂ ਦੇ ਨਾਲ ਖਾਲਸਾਈ ਰੂਪ ਦੇ ਵਿੱਚ ਝੰਡੇ ਲਗਾਏ ਗਏ ਨੇ। ਚਾਹੇ ਉਹ ਜਿਪਸੀ ਹੋਣ, ਗੱਡੀਆਂ ਹੋਣ, ਆਪਣੇ ਜੋ ਵੀ ਵਾਹਨ ਨੇ ਉਹਨਾਂ ਉੱਪਰ ਲਾ ਕੇ ਤਾਂ ਲਗਾਤਾਰ ਜਿਹੜੀਆਂ ਸੰਗਤਾਂ ਹੁਮਾ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚ ਰਹੀਆਂ ਨੇ। ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮਨਿੰਦਰ ਸਿੰਘ, ਦਾ ਸਮਰ ਨਿਊਜ਼, ਸ਼੍ਰੀ ਅਨੰਦਪੁਰ ਸਾਹਿਬ।